ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਟੀਕਾਕਰਨ ਮੁਹਿੰਮ ਬਾਰੇ ਵਿਆਪਕ ਚਰਚਾ ਕੀਤੀ ਤੇ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਰਾਸ਼ਟਰੀ ਯੁਵਾ ਸੰਸਦ ਫੈਸਟੀਵਲ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਸਰਕਾਰ ਵਿਚਾਲੇ ਗੱਲਬਾਤ ਵਿੱਚ ਕੋਈ ਪ੍ਰਗਤੀ ਨਾ ਹੋਣ ਤੇ ਚਿੰਤਾ ਦਾ ਇਜ਼ਹਾਰ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਉੱਚ ਤਰਜੀਹ ਦੇ ਰਹੀ ਹੈ। ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿੱਚ ਪੈਟਰੋਲ ਤੇ ਡੀਜ਼ਲ ਤੇ 25 ਪੈਸੇ ਪ੍ਰਤੀ ਲੀਟਰ ਅਤੇ ਅਚਲ ਜਾਇਦਾਦਾਂ ਦੀ ਵਿਕਰੀ ਤੇ 25 ਪੈਸੇ ਪ੍ਰਤੀ 100 ਰੁਪਏ ਆਈਡੀ ਫੀਸ ਲਗਾਉਣ ਦਾ ਕੀਤਾ ਫੈਸਲਾ। ਬਰਡ ਫਲੂ ਹੁਣ ਤੱਕ ਦੇਸ਼ ਦੇ 10 ਸੂਬਿਆਂ ਵਿੱਚ ਪਹੁੰਚਿਆ। ਤੇ ਲਾਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ 54 ਭਾਰਤੀ ਅਟਾਰੀ ਵਾਹਗਾ ਸੀਮਾ ਰਸਤੇ ਵਤਨ ਵਾਪਸ ਪਰਤੇ। ਤੇ ਹੁਣ ਖਬਰਾਂ ਵਿਸਥਾਰ ਨਾਲ। 16 ਜਨਵਰੀ ਤੋਂ ਭਾਰਤ ਵਿੱਚ ਸ਼ੁਰੂ ਹੋ ਰਹੇ ਕੋਵਿਡ ਟੀਕਾਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਟੀਕਾਕਰਨ ਮੁਹਿੰਮ ਬਾਰੇ ਵਿਆਪਕ ਚਰਚਾ ਕੀਤੀ ਤੇ ਸਥਿਤੀ ਦੀ ਸਮੀਖਿਆ ਕੀਤੀ। ਵਰਚੁਅਲ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਦੀ ਸਮਾਪਤੀ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਕੋਵਿਡ ਟੀਕਾਕਰਨ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ, ਜੋ 3 ਪੜਾਵਾਂ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਹੈਲਥ ਕੇਅਰ ਕਾਮਿਆਂ ਦਾ ਟੀਕਾਕਰਨ ਹੋਵੇਗਾ। ਉਸ ਤੋਂ ਬਾਅਦ ਪਹਿਲੀ ਕਤਾਰ ਦੇ ਕੋਰੋਨਾ ਯੋਧਿਆਂ ਨੂੰ ਕੋਰੋਨਾ ਵੈਕਸੀਨ ਦਿੱਤਾ ਜਾਏਗਾ। ਫਿਰ 50 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਦਿੱਤਾ ਜਾਏਗਾ। ਇਸ ਪੜਾਅ ਵਿੱਚ ਉਹ ਲੋਕ ਵੀ ਸ਼ਾਮਿਲ ਕੀਤੇ ਜਾਣਗੇ ਜੋ 50 ਸਾਲ ਤੋਂ ਘੱਟ ਉਮਰ ਦੇ ਨੇ ਤੇ ਕਈ ਹੋਰ ਜਾਨਲੇਵਾ ਬਿਮਾਰੀਆਂ ਤੋਂ ਗ੍ਰਸਤ ਨੇ। ਨਰਿੰਦਰ ਮੋਦੀ ਨੇ ਦੱਸਿਆ ਕਿ ਹੈਲਥ ਕੇਅਰ ਵਰਕਰਾਂ ਤੇ ਪਹਿਲੀ ਕਤਾਰ ਦੇ ਕੋਰੋਨਾ ਯੋਧਿਆਂ ਨੂੰ ਸਰਕਾਰ ਵੱਲੋਂ ਮੁਫਤ ਟੀਕਾ लगाया जाएगा। हमारी कोशिश सबसे पहले उन लोगों तक कोरोना वैक्सीन पहुंचाने की है जो देशवासियों की स्वास्थ्य सुरक्षा में जुटे हुए हैं, जो हमारे हेल्थ वर्कर्स हैं, सरकारी हो या प्राइवेट, पहले उनको टीका लगाया जाएगा। इसके साथ साथ हमारे जो सफाई कर्मचारी हैं, दूसरे फ्रंटलाइन वर्कर्स हैं, सैन्य बल है, पुलिस और केंद्रीय बल हैं, होमगार्ड है, डिजास्टर मैनेजमेंट वॉलंटियर समेत तमाम सिविल डिफेंस के जवान हैं, कंटेनमेंट और सर्वेलेंस से जुड़े रेवेन्यू कर्मचारी हैं, ऐसे साथियों को भी पहले चरणों में टीका लगाया जा रहा है। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੱਕ ਵਿਸ਼ਵ ਭਰ ਵਿੱਚ ਕੁੱਲ ਮਿਲਾ ਕੇ 2.5 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਏ, ਪਰ ਭਾਰਤ ਸ਼ੁਰੂਆਤੀ ਤੌਰ ਤੇ 3 ਕਰੋੜ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਪ੍ਰਭਾਵਸ਼ਾਲੀ ਵੈਕਸੀਨ ਦੇਣ ਲਈ ਵਿਗਿਆਨੀਆਂ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ 2 ਟੀਕੇ ਲਗਾਏ ਜਾ ਰਹੇ ਨੇ ਉਹ ਦੋਵੇਂ ਹੀ ਭਾਰਤ ਵਿੱਚ ਨਿਰਮਿਤ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬਿਆਂ ਨੇ ਵੀ ਕੋਵਿਡ ਵਿਰੁੱਧ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਦਾ 60% ਕੰਮ ਮੁਕੰਮਲ ਹੋਣ ਤੋਂ ਬਾਅਦ ਉਹ ਦੁਬਾਰਾ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ। ਪ੍ਰਧਾਨ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਝੂਠੀਆਂ ਖਬਰਾਂ ਤੇ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਗੁੰਮਰਾਹਕੁਨ ਸੂਚਨਾਵਾਂ ਦੇਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਨਰਿੰਦਰ ਮੋਦੀ ਨੇ ਕੋਵਿਡ ਟੀਕਾਕਰਨ ਤੋਂ ਬਾਅਦ ਵੀ ਪ੍ਰੋਟੋਕੋਲ ਦੀ ਪਾਲਣਾ ਅਤੇ एहतियाती कदम चुकने ਨੂੰ जारी रखने की लोड़ ते जोर दिता। देश के अलग अलग राज्यों के हेल्थ वर्कर्स, फ्रंटलाइन वर्कर्स की संख्या देखें तो एक करीब 3 करोड़ होती है। ये तय किया गया है कि पहले चरण में इन 3 करोड़ लोगों को वैक्सीन देने के लिए जो खर्च होगा वो राज्य सरकारों को वहन नहीं करना है। बड़ी बात जो मैं दोहराना चाहता हूं कि हमारी दोनों वैक्सीन्स दुनिया की दूसरी वैक्सीन से ज्यादा कॉस्ट इफेक्टिव है। हम कल्पना कर सकते हैं अगर भारत को कोरोना टीकाकरण के लिए विदेशी वैक्सीन पर पूरी तरह निर्भर रहना पड़ता तो हमारे क्या हालत होते, कितनी बड़ी मुश्किल होती, हम उसका अंदाज लगा सकते हैं।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਰਾਸ਼ਟਰੀ ਯੁਵਾ ਸੰਸਦ ਫੈਸਟੀਵਲ ਦੇ ਸਮਾਪਤੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ। ਇਸ ਵਿੱਚ ਪਹਿਲੇ 3 ਜੇਤੂਆਂ ਨੂੰ ਪ੍ਰਧਾਨ ਮੰਤਰੀ ਸਾਹਮਣੇ ਬੋਲਣ ਦਾ ਮੌਕਾ ਮਿਲੇਗਾ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੌਜਵਾਨਾਂ ਨਾਲ ਗੱਲਬਾਤ ਵੀ ਕਰਨਗੇ। ਰਾਸ਼ਟਰੀ ਯੁਵਾ ਸੰਸਦ ਫੈਸਟੀਵਲ ਕਰਾਉਣ ਦਾ ਮੰਤਵ 18 ਤੋਂ 25 ਸਾਲ ਤੱਕ ਦੇ ਨੌਜਵਾਨਾਂ ਦੇ ਵਿਚਾਰਾਂ ਨੂੰ ਜਾਣਨਾ ਹੈ। ਇਹ ਹੀ ਨੌਜਵਾਨ ਭਵਿੱਖ ਵਿੱਚ ਪਬਲਿਕ ਸੇਵਾਵਾਂ ਸਹਿਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨਗੇ। ਰਾਸ਼ਟਰੀ ਯੁਵਾ ਸੰਸਦ ਫੈਸਟੀਵਲ 31 ਦਸੰਬਰ 2017 ਤੋਂ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦਿੱਤੇ ਗਏ ਸੁਝਾਵਾਂ ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਕੱਲ ਰਾਸ਼ਟਰੀ ਯੁਵਾ ਸੰਸਦ ਸਮਾਰੋਹ 2021 ਦਾ ਅੰਤਿਮ ਸੈਸ਼ਨ ਸੰਸਦ ਦੇ ਕੇਂਦਰੀ ਹਾਲ ਵਿੱਚ ਆਯੋਜਿਤ ਕੀਤਾ ਗਿਆ। ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 84 ਜੇਤੂਆਂ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਉਪ ਸਭਾਪਤੀ, ਯੁਵਾ ਮਾਮਲਿਆਂ ਤੇ ਖੇਡ ਮੰਤਰੀ ਕਿਰਨ ਰਿਜੀਜੂ ਤੇ ਉਗੀਆਂ ਹਸਤੀਆਂ ਸਾਹਮਣੇ ਮੌਜੂਦ ਰਹਿਣ ਦਾ ਮੌਕਾ ਪ੍ਰਾਪਤ ਹੋਇਆ। ਕੌਮੀ ਪੱਧਰ ਤੇ 29 ਜੇਤੂਆਂ ਨੂੰ ਰਾਸ਼ਟਰੀ ਨਿਰਣਾਇਕ ਮੰਡਲ ਦੇ ਸਾਹਮਣੇ ਬੋਲਣ ਦਾ ਮੌਕਾ ਮਿਲਿਆ। ਨਿਰਣਾਇਕ ਮੰਡਲ ਵਿੱਚ ਰਾਜ ਸਭਾ ਮੈਂਬਰ ਰੂਪਾ ਗਾਂਗੁਲੀ, ਲੋਕ ਸਭਾ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਤੇ ਮੰਨੇ ਪਰਮੰਨੇ ਪੱਤਰਕਾਰ ਪ੍ਰਫੁੱਲ ਕੇਤਕਰ ਸ਼ਾਮਿਲ ਸਨ। ਇਸ ਮੌਕੇ ਯੁਵਾ ਮਾਮਲਿਆਂ ਤੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਨੌਜਵਾਨਾਂ ਲਈ ਸੰਸਦ ਦੇ ਕੇਂਦਰੀ ਹਾਲ ਵਿੱਚ ਆਯੋਜਿਤ ਰਾਸ਼ਟਰੀ ਯੁਵਾ ਸੰਸਦ ਸਮਾਰੋਹ ਦੌਰਾਨ ਲੋਕ ਸਭਾ ਸਪੀਕਰ ਸਾਹਮਣੇ ਬੋਲਣਾ ਜੀਵਨ ਭਰ ਦਾ ਯਾਦਗਾਰ ਤਜਰਬਾ ਸੀ। महोत्सव का दूसरा आयोजन है। इसका पहला संस्करण माननीय प्रधानमंत्री जी द्वारा 21 दिसंबर 2017 को मन की बात में उनके संबोधन से प्रेरणा लेकर 2019 में आयोजित किया गया था। माननीय प्रधानमंत्री जी ने इस महोत्सव के पहले संस्करण में पुरस्कार वितरण समारोह के दौरान युवाओं को संबोधित करते हुए इस विचार विमर्श की प्रक्रिया को और बेहतर बनाने की इच्छा जताई थी। ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸਰਕਾਰ ਵਿਚਾਲੇ ਗੱਲਬਾਤ ਵਿੱਚ ਕੋਈ ਪ੍ਰਗਤੀ ਨਾ ਹੋਣ ਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਸਰਵਉੱਚ ਅਦਾਲਤ ਨੇ ਸਖਤੀ ਦਿਖਾਉਂਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਲਈ ਆਖਿਆ। ਸੁਪਰੀਮ ਕੋਰਟ ਦੇ ਚੀਫ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਵੱਲੋਂ 3 ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਵੱਖ-ਵੱਖ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਸਰਵਉੱਚ ਅਦਾਲਤ ਨੇ ਕੇਂਦਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਇਹਨਾਂ ਕਾਨੂੰਨਾਂ ਤੇ ਰੋਕ ਲਗਾਵੇ ਜਾਂ ਫਿਰ ਇਹ ਕੰਮ ਸਰਵਉੱਚ ਅਦਾਲਤ ਕਰੇਗੀ। ਬੈਂਚ ਨੇ ਕੇਂਦਰ ਤੋਂ ਪੁੱਛਿਆ ਕਿ ਕੀ ਇਹਨਾਂ ਵਿਵਾਦਿਤ ਕਾਨੂੰਨਾਂ ਤੇ ਕੁਝ ਸਮੇਂ ਲਈ ਰੋਕ ਨਹੀਂ ਲਗਾਈ ਜਾ ਸਕਦੀ। ਬੈਂਚ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਕੇਂਦਰ ਤੇ ਕਿਸਾਨਾਂ ਵਿਚਾਲੇ ਕੀ ਗੱਲਬਾਤ ਹੋ ਰਹੀ ਹੈ। ਅਦਾਲਤ ਨੇ ਇਸ ਗੱਲ ਤੇ ਅਫਸੋਸ ਜਤਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਅੰਦੋਲਨ ਨੂੰ ਨਹੀਂ ਰੋਕ ਸਕੀ। ਕੇਂਦਰ ਸਰਕਾਰ ਦੀ ਤਰਫੋਂ ਪੇਸ਼ ਹੋਏ ਅਟਾਰਨੀ ਜਨਰਲ ਕੇ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਬਾਰੇ ਕਲੌਜ਼ ਦਰ ਕਲੌਜ਼ ਚਰਚਾ ਕਰਨ ਲਈ ਤਿਆਰ ਹੈ। ਉਹਨਾਂ ਬੀਤੇ ਐਤਵਾਰ ਹਰਿਆਣਾ ਦੇ ਮੁੱਖ ਮੰਤਰੀ ਦੀ ਰੈਲੀ ਦੌਰਾਨ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ। ਇਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਦਾ ਮਤਲਬ ਕਾਨੂੰਨ ਤੋੜਨ ਵਾਲਿਆਂ ਨੂੰ ਬਚਾਉਣਾ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਉੱਚ ਤਰਜੀਹ ਦਿੱਤੀ ਹੈ। ਉਹਨਾਂ ਕਿਹਾ ਕਿ ਸਰਹੱਦ ਸੜਕ ਸੰਸਥਾ ਯਾਨੀ BRO ਨੇ ਉੱਤਰੀ ਸਰਹੱਦ ਤੇ ਆਪਣੀ ਮਨੁੱਖੀ ਸ਼ਕਤੀ ਦਾ 67% ਤੈਨਾਤ ਕੀਤਾ ਹੈ। ਉਹ ਕੱਲ ਦਿਨ ਭਰ ਚੱਲੇ ਅਟਲ ਸੁਰੰਗ ਬਾਰੇ ਵੈਬੀਨਾਰ ਵਿੱਚ ਬੋਲ ਰਹੇ ਸਨ। ਇਹ ਵੈਬੀਨਾਰ BRO ਨੇ IIT, NIT ਤੇ ਹੋਰ ਤਕਨੀਕੀ ਸੰਸਥਾਵਾਂ ਦੇ ਫਾਇਦੇ ਲਈ ਇਸ ਸੁਰੰਗ ਤੋਂ ਮਿਲੇ ਤਜਰਬਿਆਂ ਬਾਰੇ ਜਾਣਕਾਰੀ ਦੇਣ ਲਈ ਆਯੋਜਿਤ ਕੀਤਾ ਸੀ। 2020 ਦੌਰਾਨ BRO ਦੇ ਯਤਨਾਂ ਤੇ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ COVID-19 ਦੀਆਂ ਰੋਕਾਂ ਦੇ ਬਾਵਜੂਦ ਸਰਕਾਰ ਨੇ BRO ਦੇ ਬਜਟ ਵਿੱਚ ਕੋਈ ਕਮੀ ਨਹੀਂ ਕੀਤੀ। ਉਹਨਾਂ ਕਿਹਾ ਕਿ ਅਟਲ ਸੁਰੰਗ ਵਰਗੇ ਮਹਾਨ ਢਾਂਚੇ ਦੀ ਉਸਾਰੀ ਕੌਮੀ ਗੌਰਵ ਦੀ ਭਾਵਨਾ ਲਈ ਬੇਹੱਦ ਮਹੱਤਵਪੂਰਨ ਹੈ। ਉਹਨਾਂ ਨੇ ਭਾਰਤੀ ਵਿਗਿਆਨੀਆਂ ਤੇ ਇੰਜੀਨੀਅਰਾਂ ਦੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਸਾਰੇ ਕੰਮਾਂ ਲਈ ਆਪਣੀ ਮੁਹਾਰਤ ਦਿਖਾਈ ਹੈ। ਰੱਖਿਆ ਮੰਤਰੀ ਨੇ ਵਿਸ਼ਵ ਦੀ ਸਭ ਤੋਂ ਵੱਡੀ ਸੁਰੰਗ, ਜਿਸ ਨੂੰ 3000 ਮੀਟਰ ਦੀ ਉਚਾਈ ਤੇ ਬਣਾਇਆ ਗਿਆ ਹੈ, ਦੇ ਨਿਰਮਾਣ ਦੌਰਾਨ ਦਰਪੇਸ਼ ਚੁਣੌਤੀਆਂ ਤੇ ਤਜਰਬਿਆਂ ਬਾਰੇ ਇੱਕ ਦਸਤਾਵੇਜ਼ ਸੰਗ੍ਰਹਿ ਜਾਰੀ ਕੀਤਾ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਏਮਜ਼ ਨਵੀਂ ਦਿੱਲੀ ਦੇ 47ਵੇਂ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਡਾਕਟਰ ਹਰਸ਼ਵਰਧਨ ਨੇ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਦੁਆਰਾ ਏਮਜ਼ ਭਾਈਚਾਰੇ ਨੂੰ ਮੈਡੀਕਲ ਸੰਸਥਾ ਨੂੰ ਲਗਾਤਾਰ 3 ਸਾਲ ਪਹਿਲੇ ਨੰਬਰ ਤੇ ਰਹਿਣ ਲਈ ਵਧਾਈ ਦਿੱਤੀ। ਉਹਨਾਂ ਨੇ ਸੰਸਥਾ ਵੱਲੋਂ ਦ੍ਰਿੜਤਾ ਨਾਲ ਸਿਹਤ ਖੇਤਰ ਵਿੱਚ ਨਿਰੰਤਰ ਉੱਤਮ ਯਤਨ ਜਾਰੀ ਰੱਖਣ ਤੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਏਮਜ਼ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਪਰ ਇਹ ਬਚਿਆ ਰਿਹਾ ਹੈ। ਮੌਜੂਦਾ ਕੋਵਿਡ ਸੰਕਟ ਵਿੱਚ ਸੰਸਥਾ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਏਮਜ਼ ਨੇ ਸੰਕਟ ਦੌਰਾਨ ਰੋਗੀਆਂ ਦੀ ਦੇਖਭਾਲ, ਖੋਜ ਅਤੇ ਸਿੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਜਿਵੇਂ ਅਸੀਂ ਹੁਣ ਮਹਾਮਾਰੀ ਤੋਂ ਬਾਹਰ ਆ ਰਹੇ ਹਾਂ, ਜਿਸ ਨੇ ਸਾਨੂੰ ਧੁਰ ਅੰਦਰ ਤੱਕ ਝੰਜੋੜਿਆ ਹੈ, ਸਾਨੂੰ ਏਮਜ਼ ਭਾਈਚਾਰੇ ਵੱਲੋਂ ਲੜੀਆਂ ਰੋਜ਼ਾਨਾ ਲੜਾਈਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਡਾਕਟਰ ਸਾਡੇ ਅਸਲ ਹੀਰੋ ਨੇ।
ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੱਲ ਦੇਸ਼ ਦੇ 146 ਕੌਮੀ ਪਾਰਕਾਂ ਤੇ ਜੰਗਲੀ ਜੀਵ ਸੈਂਚੁਰੀਜ਼ ਦੇ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ ਯਾਨੀ MEE ਜਾਰੀ ਕੀਤਾ। ਇਸ ਵੇਲੇ ਭਾਰਤ ਵਿੱਚ 903 ਸੁਰੱਖਿਆ ਖੇਤਰਾਂ ਦਾ ਇੱਕ ਨੈਟਵਰਕ ਹੈ ਜੋ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ ਲਗਭਗ 5% ਹੈ। ਰੱਖਿਆ ਖੇਤਰਾਂ ਦੀ ਸਮਰੱਥਾ ਦਾ ਜਾਇਜ਼ਾ ਲੈਣ ਲਈ ਪ੍ਰਬੰਧਨ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ। ਇਸ ਮੌਕੇ ਬੋਲਦਿਆਂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਜੋ ਹੋਰ ਮੁਲਕ ਪ੍ਰਾਪਤ ਨਹੀਂ ਕਰ ਸਕੇ ਭਾਰਤ ਨੇ ਕਰ ਲਿਆ ਹੈ। ਅੱਜ ਭਾਰਤ ਵਿੱਚ ਪ੍ਰਫੁੱਲਿਤ ਜੈਵਿਕ ਵਿਭਿੰਨਤਾ ਹੈ। उन्होंने कहा कि विश्व विच टाइगर आबादी का 70%, एशियाई शेरां का 70% ते चीते की 60% तो ज्यादा आबादी भारत विच है, जो भारत की प्रफुल्लित जैविक विभिन्नता का प्रमाण है। पंजाब मंत्रिमंडल ने सूबे विच पेट्रोल ते डीजल ते 25 पैसे प्रति लीटर अते अचल जायदादां दी विक्री ते 25 पैसे प्रति 100 रुपए आईडी फीस लगाउण दा फैसला कीता है। कल चंडीगढ़ विच मुख मंत्री कैप्टन अमरिंदर सिंह दी अगवाई हेठ पंजाब मंत्रिमंडल दी मीटिंग विच यह फैसला कीता गया। पंजाब सरकार ने कहा है कि यह फीस पंजाब बुनियादी ढांचा विकास बोर्ड के विकास फंड विच जमा करवाई जाएगी। मुख्यमंत्री दफ्तर के एक बुलारे ने दस्सिया कि विशेष आईडी फीस सूबे विच पेट्रोल ते डीजल की विक्री ते 25 पैसे प्रति लीटर के हिसाब नाल वसूली जाएगी। मंत्रिमंडल ने अचल जायदादां की विक्री ते 25 पैसे प्रति 100 रुपए वसूलण का फैसला भी किया। यह फीस वसूलण नाल पंजाब बुनियादी ढांचा विकास फंड विच 216.16 करोड़ रुपए का वाधू मालिया इकट्ठा होगा। इस ਤੋਂ ਇਲਾਵਾ पंजाब मंत्रिमंडल वालों पंजाब बुनियादी ढांचा कानून 2002 ਵਿੱਚ ਕੁਝ ਸੋਧਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਹ ਸੋਧਾਂ ਇੱਕ ਆਰਡੀਨੈਂਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਇੱਕ ਸੋਧ ਬਿੱਲ ਲਿਆ ਕੇ ਕੀਤੀਆਂ ਜਾਣਗੀਆਂ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮੌਜੂਦਾ ਸਾਉਣੀ ਸੀਜ਼ਨ ਵਿੱਚ ਘੱਟੋ-ਘੱਟ ਸਮਰਥਨ ਮੁੱਲ ਝੋਨੇ ਦੀ ਖਰੀਦ ਨਾਲ 70 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲਿਆ ਹੈ। ਇਸ ਖਰੀਦ ਲਈ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ। केंद्रीय खेतीबाड़ी मंत्रालय ने कहा है कि सरकार घट्टो घट समर्थन मुल की मौजूदा नीति के आधार पर साउणी फसलों की खरीद कर रही है। इस सीजन में अजे तक पंजाब, हरियाणा ते चंडीगढ़ समेत 20 सूबों में करीब 532 लाख टन झोने की खरीद की गई है। सरकार ने अपनी प्रमुख एजेंसी के माध्यम नाल 2,83,000 टन मूंगी, मां, मूंगफली ते सोयाबीन की खरीद भी की है, जिस नाल 1.5 लाख तो वध किसानां नूं फायदा होया है। बर्ड फ्लू हुण तक देश के 10 सूबों में पहुंच चुका है। इन्हां विच दिल्ली, हरियाणा, राजस्थान, केरल, मध्य प्रदेश, हिमाचल प्रदेश, गुजरात ते उत्तर प्रदेश शामिल ने। दिल्ली की संजय झील विच बीते ऐतवार बतखां मृत पाईआं गईआं ते इन्हां दे सैंपल जलंधर विच जांच लई भेजे गए। जांच मगरों पंछियां विच बर्ड फ्लू की पुष्टि की गई। एहतियात वजों दिल्ली सरकार ने पूर्वी दिल्ली की गाजीपुर पोल्ट्री मार्केट नूं अगले 10 दिनां लई बंद कर दिता है ते दिल्ली के बाज़ारां विच जिउंदे पंछी लिआउण ते भी पाबंदी लगा दित्ती है। दिल्ली के मुख्य मंत्री अरविंद केजरीवाल ने लोगों को अपील की है कि वह घबराहट विच ना आण। उन्होंने सरकारी अधिकारियों को बर्ड फ्लू नूं फैलण तो रोकण लई जरूरी कदम चुकण के निर्देश दिते ने। 9 जनवरी नूं एक केंद्रीय टीम ने केरल का दौरा किया ते इस समय यह टीम जांच की निगरानी कर रही है। उधर दूजी टीम हिमाचल प्रदेश विच पुजी जो सूबे के बर्ड फ्लू नाल प्रभावित ਵੱਖ-ਵੱਖ इलाकों में सर्वे कर रही है। हरियाणा के पंचकूला जिले में 2 पोल्ट्री फार्मां ते मुर्गियां विच बर्ड फ्लू की पुष्टि होने तो बाद सूबा सरकार ने 9 रैपिड रिस्पॉन्स टीमां तैनात कीतियां ते इन्हां दोनां थावां ते बर्ड फ्लू नूं कंट्रोल करन दा ऑपरेशन जारी है। इस दौरान केंद्र सरकार के पशु पालन ते डेयरी विभाग ने बर्ड फ्लू तो प्रभावित सूबਿਆਂ ਨੂੰ एडवाइजरी जारी की है तां जो इस बीमारी नूं होर फैलण तो रोकिया जा सके। लॉकडाउन कारण पाकिस्तान विच फसे 54 भारतीय अटारी वाघा सीमा रस्ते वतन वापस परत आए। कोरोना महामारी के चलदियां लगे लॉकडाउन कारण ये भारतीय पाकिस्तान के ਵੱਖ-ਵੱਖ शहरों में फस गए जो जून महीने तो भारत में आने शुरू हो गए सन। 114 भारतीय नागरिकों के पाकिस्तान तो भारत में दाखिल होने संबंधी सूची जारी की गई सी, पर शाम बार्डर बंद किए जाने तक सिर्फ 54 भारतीय ही वापस आ सके। इन्हां विचों 40 भारतीय नागरिक टूरिस्ट वीजे ते पाकिस्तान गए सन। 13 जम्मू कश्मीर नाल संबंधित विद्यार्थी सन जो पाकिस्तान में पढ़ते हैं। अपने वतन परतन ते इन्हां लोगों ने कहा कि उन्होंने पाकिस्तान में रहिंदियां कोई दिक्कत पेश नहीं आई। ये लोग मुड़ अपने वतन परतन ते बेहद खुश नजर आए। मैं हूँ इंडियन, मेरी शादी उधर हुई है। अब मैं अपने अब्बू का अफसोस करने जा रही हूँ। अब्बू की डेथ हो गई है और बहन भाइयों से मिलने जा रही हूँ। 4 महीने हो गए, वीज़ा अप्लाई किया हुआ था तो लिस्ट में नाम नहीं आया था। अब आई है लिस्ट कोरोना की वजह से। जी जी जी। पंजाब, हरियाणा ते चंडीगढ़ विच दिन दा तापमान हेठ आउण करके ठंड दा प्रकोप वध गया है। पंजाब विच बठिंडा कल सब तो ठंडा जिला रहा, जिथे घट तो घट तापमान 3.5 डिग्री सैल्सीयस दर्ज किया गया। मौसम विभाग ने आउंदे 24 घंटिया में सूबे विच धुंध ते कोहरा पैण दी भविखबाणी की है। मौसम विभाग अनुसार अगले 2 दिन सूबे विच सीत लहर जारी रहेगी। ते इस दे नाल ही खबरां दा ये बुलेटिन खत्म हुंदा है। आज्ञा दिओ, नमस्कार।